ਗੁੱਡ ਮਾਰਨਿੰਗ ਬੱਚੋ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕਡਾਊਨ ਚੱਲ ਰਿਹਾ ਅਤੇ ਇਸ ਦੇ ਦੌਰਾਨ ਅਸੀਂ ਔਨਲਾਈਨ ਪੜ੍ਹਾਈ ਕਰ ਰਹੇ ਹਾਂ। ਸੋ ਅੱਜ ਦਾ ਆਪਣਾ ਟੌਪਿਕ ਹੈ ਭਾਰਤ ਅਤੇ ਸੰਯੁਕਤ ਰਾਸ਼ਟਰ। ਤਾਂ ਇਸ ਤਸਵੀਰ ਦੇ ਵਿੱਚ ਹੀ ਸਾਫ਼ ਹੈ ਕਿ ਜਿਹੜੀ ਸੰਯੁਕਤ ਰਾਸ਼ਟਰ ਹੈ ਇਹ ਵਿਸ਼ਵ ਵਿਆਪੀ ਸੰਸਥਾ, ਭਾਵ ਇਸ ਨੂੰ ਵਿਸ਼ਵ ਦੀ ਸੰਸਦ ਕਿਹਾ ਜਾਂਦਾ। ਜਿਵੇਂ ਆਪਣੇ ਸੰਸਦ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਮੈਂਬਰ ਹੁੰਦੇ ਹਨ, ਉਸੇ ਤਰ੍ਹਾਂ ਹੀ ਸੰਯੁਕਤ ਰਾਸ਼ਟਰ ਦੇ ਵਿੱਚ ਵੀ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਤੀਨਿਧੀ ਨੇ ਉਹ ਵੱਖ-ਵੱਖ ਦੇਸ਼ਾਂ ਦੇ ਦੇਸ਼ ਇਸ ਦੇ ਵਿੱਚ ਮੈਂਬਰ ਹੁੰਦੇ ਨੇ। ਤਾਂ ਸੰਯੁਕਤ ਰਾਸ਼ਟਰ ਕੀ ਹੈ, ਇਹਦੀ ਜ਼ਰੂਰਤ ਕਿਉਂ ਬਣੀ ਭਾਈ? ਕਿ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ, ਔਰ ਪਹਿਲਾ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ 20 ਸਾਲਾਂ ਦੇ ਵਿਚਕਾਰ ਹੋ ਗਿਆ ਸੀ। ਤਾਂ ਪੂਰਾ ਵਿਸ਼ਵ ਇਸ ਗੱਲ ਤੋਂ ਚਿੰਤਤ ਸੀ ਕਿ ਜੇਕਰ ਤੀਸਰਾ ਵਿਸ਼ਵ ਯੁੱਧ ਹੁੰਦਾ ਤਾਂ ਪੂਰੀ ਦੁਨੀਆ ਦਾ ਜਿਹੜਾ ਹੈਗਾ ਨਾਸ਼, ਪੂਰੀ ਦੁਨੀਆ ਜਿਹੜੀ ਹੈ ਉਹ ਖ਼ਤਮ ਹੋ ਜਾਏਗੀ। ਇਸ ਪੂਰੀ ਦੁਨੀਆ ਨੂੰ ਬਚਾਉਣ ਲਈ ਇੱਕ ਅਜਿਹੀ ਸੰਸਥਾ ਦੀ ਜ਼ਰੂਰਤ ਸੀ ਜੋ ਕਿ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਸ਼ਾਂਤੀ ਸਥਾਪਿਤ ਕਰ ਸਕੇ ਔਰ ਪੂਰੇ ਵਿਸ਼ਵ ਨੂੰ ਯੁੱਧ ਤੋਂ ਬਚਾਈ ਰੱਖੇ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਅਮਰੀਕਾ, ਇੰਗਲੈਂਡ, ਰੂਸ, ਚੀਨ, ਫਰਾਂਸ ਦੇ ਨੇਤਾਵਾਂ ਨੇ ਯਤਨ ਕਰਕੇ 26 ਜੂਨ 1945 ਨੂੰ ਸਾਨ ਫਰਾਂਸਿਸਕੋ ਵਿੱਚ 51 ਦੇਸ਼ਾਂ ਦੇ ਪ੍ਰਤੀਨਿਧਾਂ ਦੇ ਸੰਯੁਕਤ ਰਾਸ਼ਟਰ ਦਾ ਚਾਰਟਰ ਪ੍ਰਵਾਨ ਕੀਤਾ ਅਤੇ ਸੰਯੁਕਤ ਰਾਸ਼ਟਰ ਨਿਯਮਿਤ ਤੌਰ 'ਤੇ 24 ਅਕਤੂਬਰ 1945 ਦੇ ਵਿੱਚ ਹੋਂਦ ਦੇ ਵਿੱਚ ਆ ਗਈ। ਸੰਯੁਕਤ ਰਾਸ਼ਟਰ ਦਾ ਜਿਹੜਾ ਦਫ਼ਤਰ ਹੈ ਉਹ ਨਿਊਯਾਰਕ ਸ਼ਹਿਰ ਦੇ ਵਿੱਚ ਸਥਿਤ ਹੈ ਅਤੇ ਅਜੋਕੇ ਸਮੇਂ ਦੇ ਵਿੱਚ ਇਸ ਦੇ 193 ਦੇਸ਼ ਮੈਂਬਰ ਦੇਸ਼ ਹਨ। ਕੋਈ ਵੀ ਜਿਹੜਾ ਹੈਗਾ ਦੇਸ਼ ਜਿਹੜਾ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਪਾਲਣਾ ਕਰਦਾ ਉਹ ਸੰਯੁਕਤ ਰਾਸ਼ਟਰ ਦਾ ਮੈਂਬਰ ਬਣ ਸਕਦਾ। ਤਾਂ ਸੰਯੁਕਤ ਰਾਸ਼ਟਰ ਦੇ ਉਦੇਸ਼ ਕੀ ਨੇ? ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਸੰਯੁਕਤ ਰਾਸ਼ਟਰ ਹੈ ਉਹਦਾ ਜਿਹੜਾ ਬਣਾਉਣ ਦਾ ਮਕਸਦ ਇਹ ਸੀ ਕਿ ਜਿਹੜਾ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾਏ ਔਰ ਪੂਰੀ ਦੁਨੀਆ ਨੂੰ ਯੁੱਧਾਂ ਤੋਂ ਬਚਾਇਆ ਜਾਏ ਅਤੇ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਤਾਲਮੇਲ ਸਥਾਪਿਤ ਕੀਤਾ ਜਾਏ। ਤਾਂ ਇਸ ਦੇ ਲਈ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦੇ ਉਦੇਸ਼ ਕੀ ਨੇ? ਸਭ ਤੋਂ ਪਹਿਲਾਂ ਹੈ ਕਿ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਮਿੱਤਰਤਾਪੂਰਨ ਸੰਬੰਧ ਕਾਇਮ ਕਰਨੇ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ, ਅੰਤਰਰਾਸ਼ਟਰੀ ਜਿਹੜੇ ਵਿਵਾਦ ਨੇ, ਚਾਹੇ ਕੋਈ ਵਿਵਾਦ ਪੈਦਾ ਹੁੰਦਾ ਉਹਨਾਂ ਨੂੰ ਝਗੜਿਆਂ ਰਾਹੀਂ ਨਹੀਂ ਸਗੋਂ ਗੱਲਬਾਤ ਰਾਹੀਂ ਸੁਲਝਾਉਣ ਦਾ ਯਤਨ ਕਰਨਾ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਅਤੇ ਪੂਰੇ ਵਿਸ਼ਵ ਨੂੰ ਵਿਸ਼ਵ ਯੁੱਧ ਤੋਂ ਬਚਾਈ ਰੱਖਣਾ, ਸਾਰੇ ਸੰਸਾਰ ਦੇ ਲੋਕਾਂ ਨੂੰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਕਰਨਾ ਤਾਂ ਕਿ ਲੋਕਾਂ ਦਾ ਜਿਹੜਾ ਵਿਕਾਸ ਹੈ, ਲੋਕਾਂ ਦੀ ਜਿਹੜੀ ਨਾ ਬਰਾਬਰੀ ਹੈ ਉਹਨਾਂ ਨੂੰ ਜਿਹੜਾ ਹੈਗਾ ਦੂਰ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਤਾਂ ਸੰਯੁਕਤ ਰਾਸ਼ਟਰ ਜਿਹੜਾ ਹੈਗਾ ਉਹਦੇ ਅੰਗ ਜਿਹੜੇ ਨੇ, ਆਪਾਂ ਕਹਿ ਸਕਦੇ ਹਾਂ ਇਹਦੇ ਵੱਖ-ਵੱਖ ਅੰਗ ਨੇ ਜਿਹਦੇ ਵਿੱਚ ਵੱਖ-ਵੱਖ ਦੇਸ਼ ਜਿਹੜੇ ਮੈਂਬਰ ਦੇਸ਼ ਹੁੰਦੇ ਨੇ ਔਰ ਉਹ ਜਿਸ ਦੇ ਰਾਹੀਂ ਸੰਯੁਕਤ ਰਾਸ਼ਟਰ ਜਿਹੜਾ ਹੈ ਕੰਮ ਕਰਦਾ। ਸੰਯੁਕਤ ਰਾਸ਼ਟਰ ਆਪਣੇ ਆਪ ਵਿੱਚ ਕੁਝ ਨਹੀਂ ਹੈਗਾ, ਸੰਯੁਕਤ ਰਾਸ਼ਟਰ ਦੇ ਜਿਹੜੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਜਿਹੜਾ ਹੈਗਾ ਸਾਰੇ ਪੂਰੀ ਦੁਨੀਆ 'ਤੇ ਕੰਮ ਕੀਤਾ ਜਾਂਦਾ ਔਰ ਸ਼ਾਂਤੀ ਸਥਾਪਿਤ ਕੀਤੀ ਜਾਂਦੀ ਹੈ। ਇਸ ਵਿੱਚ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦੀ ਆਪਣੀ ਕੋਈ ਸਰਕਾਰ ਨਹੀਂ ਹੈ। ਤਾਂ ਸੰਯੁਕਤ ਰਾਸ਼ਟਰ ਦੇ ਜਿਹੜੇ ਅੰਗ ਨੇ, ਸਭ ਤੋਂ ਪਹਿਲਾ ਅੰਗ ਹੈ ਮਹਾਸਭਾ। ਮਹਾਸਭਾ ਨੂੰ ਆਪਾਂ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦੀ ਸੰਸਦ ਕਹਿ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਸਾਰੇ ਮੈਂਬਰ ਦੇਸ਼ ਇਸ ਦੇ ਮੈਂਬਰ ਹੁੰਦੇ ਨੇ ਔਰ ਇਸ ਦਾ ਇੱਕ ਪ੍ਰਧਾਨ ਚੁਣਿਆ ਜਾਂਦਾ ਜੋ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਕਿਸੇ ਇੱਕ ਦੇਸ਼ ਵਿੱਚੋਂ 1 ਸਾਲ ਲਈ ਚੁਣਿਆ ਜਾਂਦਾ ਔਰ ਸੰਯੁਕਤ ਰਾਸ਼ਟਰ ਕਿਸੇ ਦੇਸ਼ ਨੂੰ ਮੈਂਬਰੀ ਦੇਣੀ ਹੈ ਸੰਯੁਕਤ ਰਾਸ਼ਟਰ ਦੀ ਜਾਂ ਨਹੀਂ ਦੇਣੀ, ਇਸ ਦਾ ਫੈਸਲਾ ਮਹਾਸਭਾ ਦੁਆਰਾ ਕੀਤਾ ਜਾਂਦਾ। ਦੂਸਰਾ ਅੰਗ ਹੈ ਸੁਰੱਖਿਆ ਪਰਿਸ਼ਦ। ਤਾਂ ਸੰਯੁਕਤ ਰਾਸ਼ਟਰ ਦਾ ਦੂਸਰਾ ਮਹੱਤਵਪੂਰਨ ਅੰਗ ਅਤੇ ਮੋਸਟ ਇੰਪੋਰਟੈਂਟ ਅੰਗ ਸੁਰੱਖਿਆ ਪਰਿਸ਼ਦ ਹੈ, ਜਿਸ 'ਤੇ ਕੁੱਲ 15 ਮੈਂਬਰ ਹੁੰਦੇ ਨੇ। ਇਸ 'ਤੇ 5 ਸਥਾਈ ਮੈਂਬਰ ਹੁੰਦੇ ਨੇ ਅਤੇ 10 ਅਸਥਾਈ ਮੈਂਬਰ। ਜਿਹੜੇ 5 ਸਥਾਈ ਮੈਂਬਰ ਨੇ ਚੀਨ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਰੂਸ। ਇਹ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਨੇ ਜਿਨ੍ਹਾਂ ਦੀ ਸਹਿਮਤੀ ਤੋਂ ਬਗੈਰ ਕੋਈ ਵੀ ਫੈਸਲਾ ਸੰਯੁਕਤ ਰਾਸ਼ਟਰ ਨਹੀਂ ਕਰ ਸਕਦੀ। ਤਾਂ ਇਸ ਦੇ ਜਿਹੜੇ ਹੈਗੇ ਨੇ 10 ਅਸਥਾਈ ਮੈਂਬਰ ਹੁੰਦੇ ਆ ਜਿਨ੍ਹਾਂ 2 ਸਾਲ ਦੇ ਸਮੇਂ ਦੇ ਲਈ ਜਿਹੜਾ ਮਹਾਸਭਾ ਦੁਆਰਾ ਚੋਣ ਕੀਤੀ ਜਾਂਦੀ ਹੈ, ਠੀਕ ਹੈ। ਔਰ ਜਿਹੜੇ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਹੁੰਦੇ ਨੇ ਇਹਨਾਂ ਕੋਲ ਵੀਟੋ ਸ਼ਕਤੀ ਹੁੰਦੀ। ਵੀਟੋ ਤੋਂ ਭਾਵ ਕੀ ਹੈ ਕਿ ਕੋਈ ਫੈਸਲਾ ਸੰਬੰਧੀ ਜਿਹੜਾ ਹੈਗਾ
ਇਹਨਾਂ 5 ਦੇਸ਼ਾਂ ਦੁਆਰਾ ਸਹਿਮਤੀ ਹੋਣੀ ਜ਼ਰੂਰੀ ਹੈ। ਜੇਕਰ ਇਹਨਾਂ 5 ਦੇਸ਼ਾਂ ਦੇ ਵਿੱਚ ਕੋਈ ਇੱਕ ਦੇਸ਼ ਵੀ ਸਹਿਮਤ ਨਹੀਂ ਹੁੰਦਾ ਤਾਂ ਉਹ ਫੈਸਲਾ ਸੁਰੱਖਿਆ ਪ੍ਰੀਸ਼ਦ ਉਹ ਫੈਸਲਾ ਸੰਯੁਕਤ ਰਾਸ਼ਟਰ ਦੁਆਰਾ ਲਾਗੂ ਨਹੀਂ ਕੀਤਾ ਜਾ ਸਕਦਾ। ਆਰਥਿਕ ਅਤੇ ਸਮਾਜਿਕ ਪ੍ਰੀਸ਼ਦ, ਇਸ ਦੇ ਕੁੱਲ 54 ਮੈਂਬਰ ਨੇ। ਇਸ ਦੀ ਚੋਣ ਮਹਾਂ ਸਭਾ ਦੁਆਰਾ 3 ਸਾਲ ਲਈ ਕੀਤੀ ਜਾਂਦੀ ਹੈ। ਟਰਸਟੀਸ਼ਿਪ ਪ੍ਰੀਸ਼ਦ, ਔਰ ਇਹ ਮਹਾਂ ਸਭਾ ਦੁਆਰਾ ਮੈਂਬਰਾਂ ਦੁਆਰਾ ਚੁਣੇ ਜਾਂਦੇ ਨੇ। ਟਰਸਟੀਸ਼ਿਪ ਦਾ ਕੰਮ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਅਧੀਨ ਅਮਾਨਤੀ ਖੇਤਰਾਂ ਦਾ ਰਾਜ ਪ੍ਰਬੰਧ ਚਲਾਉਣਾ। ਉਸ ਤੋਂ ਬਾਅਦ ਹੈ ਅੰਤਰਰਾਸ਼ਟਰੀ ਅਦਾਲਤ। ਅੰਤਰਰਾਸ਼ਟਰੀ ਅਦਾਲਤ ਇਹ ਸੰਯੁਕਤ ਰਾਸ਼ਟਰ ਦਾ ਮਹੱਤਵਪੂਰਨ ਅੰਗ ਹੈ, ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਝਗੜੇ ਨੇ ਉਤਪੰਨ ਹੁੰਦੇ ਨੇ, ਉਹਨਾਂ ਝਗੜਿਆਂ ਦੇ ਨਿਪਟਾਰਾ ਕਰਨ ਦੇ ਲਈ ਇੱਕ ਅੰਤਰਰਾਸ਼ਟਰੀ ਅਦਾਲਤ ਸਥਾਪਿਤ ਕੀਤੀ ਗਈ ਹੈ। ਇਹ ਅਦਾਲਤ ਹੇਗ, ਨੀਦਰਲੈਂਡ ਵਿੱਚ ਸਥਿਤ ਹੈ। ਇਸ 'ਤੇ ਕੁੱਲ 15 ਜੱਜ ਹਨ, ਔਰ ਜਿਨ੍ਹਾਂ ਦੀ ਨਿਯੁਕਤੀ ਮਹਾਂ ਸਭਾ ਦੁਆਰਾ ਸੁਰੱਖਿਆ ਪ੍ਰੀਸ਼ਦ ਦੁਆਰਾ ਮਹਾਂ ਸਭਾ ਅਤੇ ਸੁਰੱਖਿਆ ਪ੍ਰੀਸ਼ਦ ਦੁਆਰਾ 9 ਸਾਲਾਂ ਦੇ ਸਮੇਂ ਲਈ ਕੀਤੀ ਜਾਂਦੀ ਹੈ। ਤਾਂ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਭਾਰਤ ਦੇ ਵੀ ਜੱਜ ਜਿਹੜੇ ਨਗਿੰਦਰ ਸਿੰਘ ਚੁਣੇ ਗਏ ਸਨ, ਮੋਹਨ ਪਡਾਰੀ ਚੁਣੇ ਗਏ ਸਨ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਅੰਤਰਰਾਸ਼ਟਰੀ ਅਦਾਲਤ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਝਗੜਿਆਂ ਦਾ ਨਿਪਟਾਰਾ ਕਰਦਾ ਹੈ। ਜਿਵੇਂ ਕਿ ਲੇਟੈਸਟ ਆਪਾਂ ਨੂੰ ਪਤਾ ਹੀ ਹੈ ਕਿ ਕੁਲਭੂਸ਼ਣ ਜਾਧਵ ਦਾ ਜਿਹੜਾ ਮੁਕੱਦਮਾ ਸੀ ਉਹ ਅੰਤਰਰਾਸ਼ਟਰੀ ਅਦਾਲਤ ਵਿੱਚ ਭਾਰਤ ਲੈ ਕੇ ਗਿਆ ਸੀ। ਸਕੱਤਰੇਤ, ਤਾਂ ਜਿੰਨਾ ਵੀ ਸੰਯੁਕਤ ਰਾਸ਼ਟਰ ਦਾ ਦਫ਼ਤਰੀ ਕੰਮ ਹੈ ਉਹ ਇਸ ਸਕੱਤਰੇਤ ਦੁਆਰਾ ਕੀਤਾ ਜਾਂਦਾ ਹੈ। ਇਸ ਸਕੱਤਰੇਤ ਦੇ ਮੁਖੀ ਨੂੰ ਮਹਾਂ ਸਕੱਤਰ ਕਿਹਾ ਜਾਂਦਾ ਹੈ। ਮਹਾਂ ਸਕੱਤਰ ਦੀ ਨਿਯੁਕਤੀ ਸੁਰੱਖਿਆ ਪ੍ਰੀਸ਼ਦ ਦੀ ਸਿਫਾਰਿਸ਼ ਦੁਆਰਾ ਮਹਾਂ ਸਭਾ ਦੁਆਰਾ ਕੀਤੀ ਜਾਂਦੀ ਹੈ, ਔਰ ਮਹਾਂ ਸਕੱਤਰ ਦੀ ਨਿਯੁਕਤੀ ਦੇ ਲਈ 5 ਸਥਾਈ ਅਤੇ 4 ਅਸਥਾਈ ਮੈਂਬਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਤਾਂ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਸੰਯੁਕਤ ਰਾਸ਼ਟਰ ਦਾ ਸਕੱਤਰ ਅਟੋਨੀਓ ਗੁਟਰਸ ਹਨ। ਤਾਂ ਸੰਯੁਕਤ ਰਾਸ਼ਟਰ ਜਿਹੜਾ ਹੈਗਾ ਉਹ ਆਪਣੇ ਜਿਹੜਾ ਦੁਨੀਆ ਦੇ ਵਿੱਚ ਕੰਮ ਹੈ ਉਹ ਵੱਖ-ਵੱਖ ਏਜੰਸੀਆਂ ਦੁਆਰਾ ਕਰਦਾ। ਜਿਵੇਂ ਕਿ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਹੈ, ਉਹ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦਾ। ਔਰ ਜਿਹੜਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ IMF ਹੈ, WHO ਹੈ, ਵਰਲਡ ਇਸ ਤੋਂ ਇਲਾਵਾ ਹੋਰ ਕਈ ਏਜੰਸੀਆਂ ਨੇ ਜਿਹੜੇ ਵੱਖ-ਵੱਖ ਸਮੇਂ 'ਤੇ ਸੰਯੁਕਤ ਰਾਸ਼ਟਰ ਦੇ ਲਈ ਕੰਮ ਕਰਦੀਆਂ ਹਨ। ਇਸ ਤੋਂ ਬਾਅਦ ਹੈ ਭਾਰਤ ਦਾ ਸੰਯੁਕਤ ਰਾਸ਼ਟਰ ਦੇ ਵਿੱਚ ਕੀ ਯੋਗਦਾਨ ਹੈ। ਤਾਂ ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ। ਭਾਰਤ ਉਹਨਾਂ 51 ਦੇਸ਼ਾਂ ਦੇ ਵਿੱਚੋਂ ਇੱਕ ਸੀ ਜਿਸ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ। ਔਰ ਭਾਰਤ ਦੇ ਜੋ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦਾ ਵਿਹਾਰ ਸਹਿਯੋਗਮਈ ਹੋਏਗਾ। ਭਾਰਤ ਸੰਯੁਕਤ ਰਾਸ਼ਟਰ ਦੇ ਸਾਰੇ ਕੰਮਾਂ ਦੇ ਵਿੱਚ ਭਾਗ ਲਏਗਾ, ਔਰ ਆਪਣੀ ਭੂਗੋਲਿਕ ਸਥਿਤੀ ਅਤੇ ਵਸੋਂ ਦੇ ਰਾਹੀਂ ਕਾਰਨ ਜਿਹੜੀ ਹੈਗੀ ਭਾਰਤ ਨੂੰ ਉਹ ਭੂਮਿਕਾ ਨਿਭਾਵੇਗਾ ਜੋ ਭਾਰਤ ਨੂੰ ਨਿਭਾਉਣੀ ਚਾਹੀਦੀ ਹੈ। ਤਾਂ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ, ਜਿਵੇਂ ਅਨੁਛੇਦ 51 ਦੇ ਵਿੱਚ ਕਿਹਾ ਗਿਆ ਕਿ ਭਾਰਤ ਅੰਤਰਰਾਸ਼ਟਰੀ ਝਗੜਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਨਿਪਟਾਵੇਗਾ, ਅੰਤਰਰਾਸ਼ਟਰੀ ਸੰਧੀਆਂ ਸਮਝੌਤਿਆਂ ਦਾ ਸਨਮਾਨ ਕਰੇਗਾ, ਵੱਖ-ਵੱਖ ਦੇਸ਼ਾਂ ਵਿਚਕਾਰ ਮਿੱਤਰਤਾਪੂਰਨ ਸੰਬੰਧ ਕਾਇਮ ਕਰੇਗਾ। ਤਾਂ ਇਸ ਤਰ੍ਹਾਂ ਦੇ ਜਿਹੜੇ ਆਪਣੇ ਵਿਦੇਸ਼ ਨੀਤੀ ਦੇ ਭਾਰਤ ਦੀ ਵਿਦੇਸ਼ ਨੀਤੀ ਦੇ ਜਿਹੜੇ ਸਿਧਾਂਤ ਨੇ ਉਹ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਨਾਲ ਮੇਲ ਖਾਂਦੇ ਨੇ। ਭਾਰਤ ਦੀ ਸੰਯੁਕਤ ਰਾਸ਼ਟਰ ਦੇ ਵਿੱਚ ਕੀ ਭੂਮਿਕਾ। ਤਾਂ ਭਾਰਤ ਸ਼ੁਰੂ ਤੋਂ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਚਾਹੇ ਉਹ ਗੁੱਟਨਰਲੇਪਤਾ ਦੀ ਨੀਤੀ ਹੋਵੇ, ਚਾਹੇ ਗੋਰੇ ਕਾਲੇ ਦਾ ਭੇਦਭਾਵ ਹੋਵੇ। ਤਾਂ ਇਸ ਤਰ੍ਹਾਂ ਦੀ ਜਿਹੜੀ ਨੀਤੀਆਂ ਦੇ ਵਿੱਚ ਭਾਰਤ ਜਿਹੜਾ ਹੈਗਾ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਸਭ ਤੋਂ ਪਹਿਲਾਂ ਭਾਰਤ ਨੇ ਜਿਹੜਾ ਹੈਗਾ ਸੈਨਿਕ ਸਮਝੌਤਿਆਂ ਦੀ ਵਿਰੋਧਤਾ ਕੀਤੀ। ਭਾਰਤ ਨੇ ਇਹ ਕਿਹਾ ਕਿ ਜਦੋਂ ਭਾਰਤ ਕਿਸੇ ਵੀ ਜਿਹੜਾ ਹੈਗਾ ਸੈਨਿਕ ਸਮਝੌਤੇ 'ਚ ਹਿੱਸਾ ਨਹੀਂ ਲਏਗਾ ਤਾਂ ਵਿਸ਼ਵ ਸ਼ਾਂਤੀ ਜਿਹੜਾ ਹੈ ਭਾਰਤ ਦਾ ਮੁੱਖ ਉਦੇਸ਼ ਰਿਹਾ। ਤਾਂ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ, ਭਾਰਤ ਅਮਰੀਕਾ ਅਤੇ ਰੂਸ ਦੋਨੋਂ ਗੁੱਟਾਂ ਦੇ ਵਿੱਚ ਵੰਡਿਆ ਗਿਆ ਅਤੇ ਭਾਰਤ ਨੇ ਜਿਹੜਾ ਹੈਗਾ ਇਹਨਾਂ ਸੈਨਿਕ ਗੁੱਟਾਂ ਦੀ ਵਿਰੋਧਤਾ ਕੀਤੀ। ਔਰ ਭਾਰਤ ਨੇ ਕਿਹਾ ਕਿ ਇਹ ਜਿਹੜੇ ਸੈਨਿਕ ਗੁੱਟ ਨੇ ਇਹ ਭਾਰਤ, ਕਿਉਂਕਿ ਜੇਕਰ ਜਵਾਹਰ ਲਾਲ ਨਹਿਰੂ ਜੀ ਦਾ ਇਹ ਕਹਿਣਾ ਸੀ ਕਿ ਜੇਕਰ ਭਾਰਤ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਲ ਹੁੰਦਾ ਤਾਂ ਭਾਰਤ ਆਪਣੀ ਵਿਦੇਸ਼ ਨੀਤੀ ਦਾ ਨਿਰਮਾਣ ਖੁਦ ਨਹੀਂ ਕਰ ਪਾਏਗਾ ਔਰ ਉਹਨਾਂ ਦੇਸ਼ਾਂ ਦੀ ਕਠਪੁਤਲੀ ਬਣ ਕੇ ਰਹਿ ਜਾਏਗਾ। ਤਾਂ ਇਸ ਕਰਕੇ ਜਵਾਹਰ ਲਾਲ ਨਹਿਰੂ ਕਿਸੇ ਵੀ ਸੈਨਿਕ ਸਮਝੌਤੇ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਆਪਣਾ ਜਿਹੜਾ ਗਵਾਂਢੀ ਦੇਸ਼ ਸੀ ਪਾਕਿਸਤਾਨ, ਉਹਨਾਂ ਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜਿਹੜਾ ਸਮਝੌਤੇ ਕੀਤੇ, ਨਾਟੋ, ਸੀਟੋ, ਸੈਂਟੋ। ਔਰ ਭਾਰਤ ਨੇ ਜਿਹੜਾ ਹੈਗਾ ਇਹਨਾਂ ਸੈਨਿਕ ਸਮਝੌਤਿਆਂ ਦੀ ਵਿਰੋਧਤਾ ਕੀਤੀ। ਤਾਂ ਭਾਰਤ ਨੇ ਜਿਹੜਾ ਹੈਗਾ ਆਪਣੀ ਵਿਦੇਸ਼ ਨੀਤੀ ਨੂੰ ਕਿਸੇ ਦੂਜੇ ਦੇਸ਼ ਦਾ ਗੁਲਾਮ ਨਹੀਂ ਬਣਾਉਣਾ ਚਾਹੁੰਦਾ ਸੀ। ਔਰ ਭਾਰਤ ਜਿਹੜੀ ਆਜ਼ਾਦੀ ਜਿਹੜੀ ਇੰਨੀ ਮੁਸ਼ਕਿਲ ਨਾਲ ਮਿਲੀ ਸੀ ਉਸ ਨੂੰ ਜਿਹੜਾ ਹੈਗਾ ਕਿਸੇ ਸੈਨਿਕ ਸਮਝੌਤੇ ਵਿੱਚ ਸ਼ਾਮਲ ਹੋ ਕੇ ਉਸ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ।
ਭਾਰਤ ਨੇ ਬਸਤੀਵਾਦ, ਸਾਮਰਾਜਵਾਦ, ਨਸਲਵਾਦ ਦੀ ਵਿਰੋਧਤਾ ਕੀਤੀ ਹੈ, ਕਿਉਂਕਿ ਭਾਰਤ ਖੁਦ ਇਸ ਚੀਜ਼ ਦਾ ਬਹੁਤ ਵੱਡੇ ਸਮੇਂ ਤੱਕ ਸ਼ਿਕਾਰ ਰਿਹਾ। ਭਾਰਤ ਤੋਂ ਪਹਿਲਾ ਦੇਸ਼ ਸੀ ਜਿਸ ਨੇ ਦੱਖਣੀ ਅਫਰੀਕਾ ਦੇ ਵਿੱਚ ਚੱਲ ਰਹੀ ਗੋਰੇ ਕਾਲੇ ਦੀ ਨਸਲ ਭੇਦਵਾਦ ਦੀ ਨੀਤੀ ਦੀ ਵਿਰੋਧਤਾ ਕੀਤੀ, ਔਰ ਭਾਰਤ ਦੇ ਇਸ ਵਿਰੋਧ ਕਰਕੇ ਹੀ ਦੱਖਣੀ ਅਫਰੀਕਾ ਨੂੰ ਆਪਣੀ ਇਸ ਨੀਤੀ ਨੂੰ ਤਿਆਗਣਾ ਪਿਆ ਸੀ। ਤਾਂ ਭਾਰਤ ਅੱਤਵਾਦ ਦਾ ਜਿਹੜਾ ਹੈਗਾ ਲੰਬੇ ਸਮੇਂ ਤੋਂ ਸ਼ਿਕਾਰ ਰਿਹਾ, ਚਾਹੇ 2001 ਦੇ ਵਿੱਚ ਸੰਸਦ ਦੇ ਉੱਤੇ ਹਮਲਾ ਹੋਵੇ, ਚਾਹੇ 2008 ਦੇ ਵਿੱਚ ਤਾਜ ਹੋਟਲ 'ਤੇ ਹਮਲਾ ਹੋਵੇ, ਚਾਹੇ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅੱਤਵਾਦੀ ਕਾਰਵਾਈਆਂ ਹੋਣ, ਤਾਂ ਭਾਰਤ ਹਮੇਸ਼ਾ ਜਿਹੜਾ ਹੈਗਾ ਅੱਤਵਾਦ ਦਾ ਜਿਹੜਾ ਹੈਗਾ ਸ਼ਿਕਾਰ ਰਿਹਾ। ਇਸ ਕਰਕੇ ਭਾਰਤ ਨੇ ਇਸ ਦਰਦ ਨੂੰ ਹੰਢਾਇਆ ਹੋਇਆ, ਔਰ ਭਾਰਤ ਨੇ ਅੱਤਵਾਦ ਦਾ ਹਰੇਕ ਮੰਚ ਦੇ ਉੱਤੇ ਖੰਡਨ ਕੀਤਾ। ਔਰ ਭਾਰਤ ਜਿਹੜਾ ਹੈਗਾ ਜਦੋਂ ਵੀ ਜਿਹੜਾ ਹੈਗਾ ਭਾਰਤ ਨੇ ਜਦੋਂ ਵੀ ਸੰਯੁਕਤ ਰਾਸ਼ਟਰ ਦੇ ਕੋਈ ਅੱਤਵਾਦ ਵਿਰੋਧੀ ਬਿੱਲ ਪਾਸ ਹੋਇਆ ਤਾਂ ਭਾਰਤ ਨੇ ਉਸ ਦਾ ਸਮਰਥਨ ਕੀਤਾ। ਭਾਰਤ ਨੇ ਜਿਹੜਾ ਹੈਗਾ ਸੁਰੱਖਿਆ ਪਰਿਸ਼ਦ ਦੇ ਵਿੱਚ ਇਹ ਪ੍ਰਸਤਾਵ ਪਾਸ ਕਰਵਾਇਆ ਕਿ ਕੋਈ ਵੀ ਦੇਸ਼ ਅੱਤਵਾਦ ਦਾ ਸਮਰਥਨ ਨਹੀਂ ਕਰੇਗਾ। ਨਿਸ਼ਸਤਰੀਕਰਨ ਦਾ ਮਤਲਬ ਕੀ ਹੈ ਕਿ ਹਥਿਆਰਾਂ ਦਾ ਪੂਰੀ ਤਰ੍ਹਾਂ ਖਾਤਮਾ। ਭਾਵੇਂ ਕਿ ਭਾਰਤ ਨੇ 1974 ਦੇ ਵਿੱਚ 1998 ਦੇ ਵਿੱਚ ਪਰਮਾਣੂ ਜਿਹੜੇ ਧਮਾਕੇ ਕੀਤੇ ਸਨ, ਤਾਂ ਭਾਰਤ ਦਾ ਇਹ ਕਹਿਣਾ ਸੀ ਕਿ ਭਾਰਤ ਇਹਨਾਂ ਦਾ ਪ੍ਰਯੋਗ ਜਿਹੜਾ ਹੈਗਾ ਸ਼ਾਂਤੀਪੂਰਨ ਕੰਮਾਂ ਲਈ ਕਰੇਗਾ। ਔਰ ਜਦੋਂ ਇਸ ਦਾ ਜਿਹੜਾ ਪ੍ਰਮਾਣ ਸਾਨੂੰ ਉਦੋਂ ਮਿਲਦਾ ਜਦੋਂ ਭਾਰਤ ਨੇ ਅਮਰੀਕਾ ਦੇ ਨਾਲ ਪਰਮਾਣੂ ਜਿਹੜੀ ਹੈਗੀ ਆ ਸੰਧੀ ਕੀਤੀ, ਜਿਸ ਨੂੰ 1, 2, 3 ਸੰਧੀ ਵੀ ਕਿਹਾ ਜਾਂਦਾ, ਜਿਸ ਸੰਬੰਧੀ ਜਿਹੜਾ ਹੈਗਾ ਭਾਰਤ ਪਰਮਾਣੂ ਜਿਹੜੀ ਸਮੱਗਰੀ ਦਾ ਪ੍ਰਯੋਗ ਕਰਕੇ ਬਿਜਲੀ ਪੈਦਾ ਕਰੇਗਾ। ਤਾਂ ਇਸ ਕਰਕੇ ਭਾਰਤ ਨੇ ਨਿਸ਼ਸਤਰੀਕਰਨ ਦਾ ਹਮੇਸ਼ਾ ਸਮਰਥਨ ਰਿਹਾ। ਭਾਰਤ ਨੇ ਚਾਹੇ CTBT ਜਾਂ NPT ਸਿਗਨੇਚਰ ਨਹੀਂ ਕੀਤੇ ਸਨ, ਤਾਂ ਪਰੰਤੂ ਭਾਰਤ ਨੇ ਇਹ ਕਿਹਾ ਕਿ ਜਿਹੜਾ ਪੂਰੇ ਵਿਸ਼ਵ ਨੂੰ ਜਿਹੜਾ ਹੈਗਾ ਮਾਰੂ ਹਥਿਆਰਾਂ ਤੋਂ ਰਹਿਤ ਹੋਣਾ ਚਾਹੀਦਾ, ਅਤੇ ਜਿਹੜੇ ਅਮੀਰ ਦੇਸ਼ ਨੇ ਜਾਂ ਵਿਕਸਿਤ ਦੇਸ਼ ਨੇ ਉਹਨਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਔਰ ਭਾਰਤ ਇਹ ਮੰਗ ਕਰਦਾ ਹੈ ਕਿ ਜਿਹੜਾ ਸੰਯੁਕਤ ਰਾਸ਼ਟਰ ਹੈ ਉਹ ਇੱਕ ਨਿਸ਼ਚਿਤ ਸਮੇਂ ਦੇ ਅਧੀਨ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਵਿੱਚ ਹਥਿਆਰਾਂ ਦਾ ਖਾਤਮਾ ਕਰੇ। ਤਾਂ ਭਾਰਤ ਨੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਦੇ ਵਿੱਚ ਭਾਰਤ ਨੇ ਅਹਿਮ ਯੋਗਦਾਨ ਕੀਤਾ। ਜਦੋਂ ਵੀ ਪੂਰੇ ਵਿਸ਼ਵ ਦੇ ਵਿੱਚ ਕਿਸੇ ਵੀ ਅਮਨ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਯੁੱਧ ਹੁੰਦਾ ਤਾਂ ਭਾਰਤ ਉਸ ਦੇ ਵਿੱਚ ਜਿਹੜਾ ਹੈਗਾ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ। ਤਾਂ ਭਾਰਤ ਨੇ ਇਰਾਕ ਦੇ ਵਿੱਚ ਵੀ ਭੂਮਿਕਾ ਨਿਭਾਈ ਸੀ, ਜਦੋਂ ਭਾਰਤ ਨੇ ਉਹਨਾਂ ਦੀ ਸਹਾਇਤਾ ਜਿਹੜੀ ਹੈਗੀ ਆ ਅਨਾਜ ਦੇ ਕੇ ਕੀਤੀ ਸੀ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਵਿੱਚ ਜਦੋਂ ਯੁੱਧ ਹੁੰਦਾ ਤਾਂ ਭਾਰਤ ਨੇ ਫ੍ਰੀ ਦਾ ਅਨਾਜ ਜਿਹੜਾ ਹੈਗਾ ਉਹਨਾਂ ਨੂੰ ਮੁਹੱਈਆ ਕਰਾਇਆ ਸੀ। ਇਸ ਤੋਂ ਇਲਾਵਾ ਉੱਥੇ ਡਿਵੈਲਪਮੈਂਟ ਕੰਮ ਜਿਹੜੇ ਨੇ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਭਾਰਤ ਕਰ ਰਿਹਾ। ਇਸ ਤਰ੍ਹਾਂ ਭਾਰਤ ਵਿਸ਼ਵ ਸ਼ਾਂਤੀ ਦੀ ਸਥਾਪਨਾ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ। ਤਾਂ ਭਾਰਤ ਇਹ ਚਾਹੁੰਦਾ ਹੈ ਕਿ ਭਾਰਤ ਦੀ ਜਿਹੜੀ ਵਸੋਂ ਹੈ ਉਹ 17% ਪੂਰੇ ਵਿਸ਼ਵ ਦੀ ਹੈ, ਔਰ ਭਾਰਤ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਭਾਰਤ ਨੂੰ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦਾ ਜਿਹੜਾ ਵੀਟੋ ਵਾਲਾ ਸਥਾਈ ਮੈਂਬਰ ਭਾਰਤ ਨੂੰ ਬਣਾਇਆ ਜਾਵੇ। ਔਰ ਕਿਉਂ ਬਣਾਇਆ ਜਾਏ? ਕਿਉਂਕਿ ਭਾਰਤ ਦੀ ਇੱਕ ਆਪਣੀ ਪਛਾਣ ਹੈ। ਭਾਰਤ ਇਹ ਦੁਨੀਆ ਦਾ ਜਿਹੜਾ ਹੈਗਾ ਜੇ ਵੱਡੀ ਆਬਾਦੀ ਵਾਲਾ ਦੇਸ਼ ਹੈ, ਔਰ ਇਸ ਮੰਗ ਦੀ ਪ੍ਰੋੜਤਾ ਸੰਯੁਕਤ ਰਾਜ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਜਾਪਾਨ, ਬ੍ਰਾਜ਼ੀਲ, ਸਾਊਦੀ ਅਰਬ ਦੇਸ਼ਾਂ ਨੇ ਵੀ ਕੀਤੀ ਹੈ। ਤਾਂ ਇਹ ਜਿਹੜਾ ਹੈਗਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਝੰਡਾ ਹੈਗਾ ਉਹਨਾਂ ਦਾ ਨਿਸ਼ਾਨ ਹੈਗਾ, ਠੀਕ ਹੈ। ਔਰ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਇਹ ਟੌਪਿਕ ਪੂਰਾ ਹੁੰਦਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੀ ਜਿਹੜੀ ਭੂਮਿਕਾ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਔਰ ਭਾਰਤ ਦੇ ਵਿੱਚ ਦੁਨੀਆ ਦੀ 17% ਆਬਾਦੀ ਵਸਦੀ ਹੈ। ਹਰ 6ਵਾਂ ਵਿਅਕਤੀ ਜਿਹੜਾ ਹੈਗਾ ਉਹ ਭਾਰਤੀ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈ ਭਾਰਤ ਦਾ ਦੁਨੀਆ ਦੇ ਹਰੇਕ ਦੇਸ਼ ਦੇ ਵਿੱਚ ਜਿਹੜਾ ਹੈਗਾ ਭਾਰਤ ਦੀ ਆਬਾਦੀ ਜਿਹੜੀ ਹੈ ਉੱਥੇ ਰਹਿੰਦੀ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਭਾਰਤ ਦੀ ਜਿਹੜੀ ਭੂਮਿਕਾ ਹੈ ਪੂਰੇ ਵਿਸ਼ਵ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੀ ਹੈ।